ਪਹਿਲੇ ਸ਼ਹੀਦ ਯੋਧੇ। ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਕਿਸੇ ਮਜ਼ਹਬ ਜਾਂ ਕੌਮ ਦੇ ਹਿੱਸੇ ਇੱਕ ਕੁਰਬਾਨੀ ਆਈ ਤੇ ਕਿਸੇ ਦੇ ਦੋ, ਪਰ ਸਿੱਖਾਂ ਨੂੰ ਤਾਂ ਗੁੜਤੀ ਹੀ ਕੁਰਬਾਨੀਆਂ ਦੀ ਮਿਲੀ ਹੈ। ਇੱਥੇ ਤਾਂ ਇਤਿਹਾਸ ਦੇ ਹਰ ਪੰਨੇ ਤੇ ਸਾਲ ਦੇ 365 ਦਿਨ ਹੀ ਸਿੱਖ ਸ਼ਹੀਦਾਂ ਦੀਆਂ ਮਹਾਨ ਜੀਵਨ ਕਮਾਈਆਂ ਨਾਲ ਭਰੇ ਪਏ ਹਨ। ਸਾਰੇ ਸੰਸਾਰ ਦਾ ਇਤਿਹਾਸ ਫਰੋਲ ਮਾਰੋ, ਕਿਸੇ ਕੌਮ ਨੇ ਇਤਨੀਆਂ ਸ਼ਹੀਦੀਆਂ ਨਹੀਂ ਪਾਈਆਂ, ਕਿਸੇ ਮੱਤ ਨੇ ਇਤਨੀਆਂ ਕੁਰਬਾਨੀਆਂ ਨਹੀਂ ਦਿੱਤੀਆਂ ਜਿਤਨੀਆਂ ਕਿ ਸਿੱਖਾਂ ਨੇ ਦਿੱਤੀਆਂ ਹਨ। ਸਿੱਖ ਕੌਮ ਦੀ ਵੱਡੀ ਪ੍ਰਾਪਤੀ ਇਸ ਦੇ ਸ਼ਹੀਦ ਹਨ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸਿੱਖ ਲੋਕ ਲਹਿਰ ਵਿੱਚ ਬਹੁਤ ਵੱਡਾ ਪਲਟਾ ਆਇਆ। ਇਸ ਗੱਲ ਦਾ ਸਾਰੇ ਪਾਸੇ ਇਹ ਪ੍ਰਭਾਵ ਪਿਆ ਕਿ ਸ਼ਾਂਤੀ, ਅਮਨ ਤੇ ਕੁਰਬਾਨੀਆਂ ਨੇ ਜ਼ੁਲਮ ਨੂੰ ਖਤਮ ਕਰਨ ਲਈ ਜਿੱਥੇ ਆਪਣਾ ਅਸਰ ਕਰਨਾ ਹੈ, ਉੱਥੇ ਤਲਵਾਰ ਦਾ ਮੁਕਾਬਲਾ, ਤਲਵਾਰ ਤੇ ਗੋਲੀ ਦਾ ਮੁਕਾਬਲਾ ਗੋਲੀ ਨਾਲ ਕਰਨ ਦੀ ਵੀ ਲੋੜ ਹੈ। ਗੁਰੂ ਹਰਗੋਬਿੰਦ ਸਾਹਿਬ, ਜੋ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਵੀ ਸਨ, ਨੇ ਸਾਰੀ ਹਾਲਤ ਤੇ ਵਿਚਾਰ ਕਰਕੇ ਨਵਾਂ ਪ੍ਰੋਗਰਾਮ ਤਿਆਰ ਕੀਤਾ। ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਆਪ ਪਹਿਨ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਕਾਇਮ ਕਰਕੇ ਰੋਜ਼ ਸ਼ਾਮ ਨੂੰ ਵੀਰ ਰਸੀ ਵਾਰਾਂ ਸੁਣਾ ਕੇ ਸਰੀਰਕ ਕਸਰਤਾਂ ਤੇ ਜੰਗੀ ਸਾਮਾਨ ਰੱਖਣ ਦਾ ਹੁਕਮ ਦੇ ਕੇ ਆਪ ਨੇ ਸਿੱਖ ਕੌਮ ਦੇ ਹਿਰਦਿਆਂ ਵਿੱਚ ਵੀਰ ਰਸ ਜਗਾ ਦਿੱਤਾ। ਇੱਕ ਨਵੀਂ ਜਾਨ ਤੇ ਚੜ੍ਹਦੀ ਕਲਾ ਵਾਲੀ ਬਿਰਤੀ ਪੈਦਾ ਕਰ ਦਿੱਤੀ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਫਲਸਰੂਪ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਦੂਰਦ੍ਰਿਸ਼ਟੀ ਤੇ ਸਮੇਂ ਦੀ ਮੰਗ ਨੂੰ ਪਛਾਣਨ ਦੀ ਰੁਚੀ ਨੇ ਸੰਤ ਸਿਪਾਹੀਆਂ, ਮਹਾਂਪਰਉਪਕਾਰੀਆਂ ਤੇ ਨਾਮ ਰਸੀਆਂ ਦੀ ਇਸ ਕੌਮ ਨੂੰ ਸੰਤ ਸਿਪਾਹੀਆਂ ਤੇ ਧਰਮੀ ਯੋਧਿਆਂ ਦੀ ਕੌਮ ਦਾ ਰੂਪ ਧਾਰਨ ਕਰਵਾ ਦਿੱਤਾ। ਨਾਮ ਜਪਣ, ਵੰਡ ਛਕਣ ਤੇ ਸਧਾਰਨ ਕਿਰਤ ਕਰਨ ਵਾਲਿਆਂ ਨੇ ਜ਼ੁਲਮ ਦਾ ਟਾਕਰਾ ਕਰਨ ਲਈ ਤਲਵਾਰਾਂ ਫੜ ਲਈਆਂ। ਗੁਰਗੱਦੀ ਤੇ ਬੈਠਦਿਆਂ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਕਮ ਕੀਤਾ ਕਿ ਅੱਗੋਂ ਲਈ ਜੋ ਸਿੱਖ ਗੁਰੂ ਦੇ ਖਜ਼ਾਨੇ ਲਈ ਭੇਟਾਂ ਲਿਆਵੇ, ਉਹ ਇਹ ਜਾਣ ਲਵੇ ਕਿ ਸ਼ਸਤਰ ਤੇ ਘੋੜਿਆਂ ਦੀ ਗੁਰੂ ਘਰ ਵਿੱਚ ਵਧੇਰੇ ਲੋੜ ਹੈ। ਜੋ ਵੀ ਪ੍ਰੇਮੀ ਵਧੀਆ ਸ਼ਸਤਰ ਤੇ ਘੋੜਾ ਲਿਆਵੇਗਾ, ਉਸ ਨੂੰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਆਪ ਨੇ ਸਿੱਖ ਫੌਜ ਦੀ ਨੀਂਹ ਰੱਖੀ ਤੇ 52 ਬਲਵਾਨ ਜਵਾਨਾਂ ਦੀ ਇੱਕ ਗਾਰਦ ਤਿਆਰ ਕੀਤੀ, ਜੋ ਹਰ ਸਮੇਂ ਗੁਰੂ ਜੀ ਦੇ ਨਾਲ ਰਹਿੰਦੀ, ਫੌਜੀ ਕਰਤੱਵ ਦਿਖਾਉਂਦੀ ਤੇ ਲੋਕਾਂ ਨੂੰ ਉਤਸ਼ਾਹਿਤ ਕਰਦੀ। ਜਿਵੇਂ ਬਰਸਾਤ ਨਾਲ ਬਨਸਪਤੀ ਮੌਲਦੀ ਹੈ, ਇਸੇ ਤਰ੍ਹਾਂ ਇਸ ਤਬਦੀਲੀ ਨਾਲ ਸਿੱਖਾਂ ਦੇ ਦਿਲਾਂ ਵਿੱਚ ਨਵੀਂ ਜਾਨ ਭਰੇਗੀ। ਇਸ ਦਾ ਪ੍ਰਤੱਖ ਸਬੂਤ ਇਹ ਹੈ ਕਿ ਮਾਝੇ, ਮਾਲਵੇ ਤੇ ਦੁਆਬੇ ਵਿੱਚੋਂ 500 ਛੈਲ ਛਬੀਲੇ ਗੱਭਰੂ ਗੁਰੂ ਜੀ ਪਾਸ ਪਹੁੰਚੇ। ਉਹਨਾਂ ਨੇ ਧਰਮ ਦੀ ਖਾਤਰ ਹਰ ਪ੍ਰਕਾਰ ਦੇ ਖਤਰੇ ਹਿੱਕਾਂ ਤਾਣ ਕੇ ਝੱਲਣ ਅਤੇ ਗੁਰੂ ਜੀ ਦੀ ਆਗਿਆ ਪਾਲਣ ਕਰਦਿਆਂ ਮਰ ਮਿਟਣ ਲਈ ਆਪਣੇ ਆਪ ਨੂੰ ਪੇਸ਼ ਕੀਤਾ। ਉਹਨਾਂ ਨੇ ਕਿਹਾ ਕਿ ਅਸੀਂ ਤਨਖਾਹ ਨਹੀਂ ਲੈਣੀ, ਨੌਕਰੀ ਦੀ ਖਾਤਰ ਨਹੀਂ ਆਏ, ਅਸੀਂ ਤਾਂ ਉਸ ਆਦਰਸ਼ ਦੀ ਖਾਤਰ ਕੁਰਬਾਨੀ ਦੇਣ ਲਈ ਆਏ ਹਾਂ, ਜਿਸ ਲਈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤਸੀਹੇ ਝੱਲੇ ਤੇ ਸ਼ਹਾਦਤ ਪਾਈ ਏ। ਅਸੀਂ ਜ਼ੁਲਮ ਦੇ ਟਾਕਰੇ, ਮਜ਼ਲੂਮ ਦੀ ਰੱਖਿਆ, ਸੱਚਾਈ ਦੀ ਪ੍ਰਫੁੱਲਤਾ ਤੇ ਝੂਠ ਦੇ ਨਾਸ਼ ਤੇ ਧਰਮ ਦੀ ਆਜ਼ਾਦੀ ਦੇ ਵੈਰੀਆਂ ਦਾ ਮੁਕਾਬਲਾ ਕਰਨ ਲਈ ਹਾਜ਼ਰ ਹੋਏ ਹਾਂ। ਗੁਰੂ ਜੀ ਨੇ ਉਹਨਾਂ ਨੂੰ ਘੋੜੇ ਤੇ ਸ਼ਸਤਰ ਦਿੱਤੇ, ਇੱਕ ਨਗਾਰਾ ਵੀ ਤਿਆਰ ਕਰਵਾ ਲਿਆ ਤੇ ਵੱਖਰਾ ਨਿਸ਼ਾਨ ਵੀ ਝੁਲਾ ਦਿੱਤਾ। ਇਸ ਤਰ੍ਹਾਂ ਇੱਕ ਛੋਟੀ ਜਿਹੀ ਪਰ ਦਲੇਰ, ਆਪਾਵਾਰੂ, ਨਿਸ਼ਕਾਮ ਤੇ ਆਦਰਸ਼ਕ ਫੌਜ ਤਿਆਰ ਹੋ ਗਈ। ਹੌਲੀ ਹੌਲੀ ਇਹਦੀ ਗਿਣਤੀ ਵੱਧਦੀ ਗਈ। ਦੂਰੋਂ ਦੂਰੋਂ ਚੰਗੇ ਖਿਆਲਾਂ ਵਾਲੇ ਤੇ ਸਿੱਖ ਪਰਿਵਾਰਾਂ ਦੇ ਗੱਭਰੂ ਆ ਕੇ ਇਸ ਫੌਜ ਵਿੱਚ ਮਿਲਦੇ ਗਏ। ਜਿਤਨਾ ਸਮਾਂ ਜਹਾਂਗੀਰ ਦਿੱਲੀ ਦੇ ਤਖਤ ਤੇ ਰਿਹਾ, ਕੋਈ ਫੌਜੀ ਟੱਕਰ ਨਾ ਹੋਈ। ਉਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਵਿੱਚ ਕੈਦ ਵੀ ਕੀਤਾ ਤੇ ਆਪੇ ਛੱਡ ਵੀ ਦਿੱਤਾ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਪੈਦਾ ਹੋਏ ਲੋਕ ਉਭਾਰ ਨੂੰ ਦੇਖ ਕੇ ਜਹਾਂਗੀਰ ਕੰਬ ਗਿਆ ਤੇ ਉਹਨੇ ਸ਼ਹੀਦੀ ਦਾ ਸਾਰਾ ਇਲਜ਼ਾਮ ਚੰਦੂ ਤੇ ਲਾ ਕੇ ਉਹਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਹਵਾਲੇ ਕਰ ਦਿੱਤਾ। ਉਹਨੂੰ ਲਾਹੌਰ ਵਿੱਚ ਲੋਕਾਂ ਨੇ ਬੜਾ ਦੁਖੀ ਕਰਕੇ ਮਾਰ ਦਿੱਤਾ। ਪਰ ਜਦੋਂ ਜਹਾਂਗੀਰ ਮਰ ਗਿਆ
ਤੇ ਹਿੰਦੁਸਤਾਨ ਦੀ ਹਕੂਮਤ ਸ਼ਾਹਜਹਾਨ ਦੇ ਹੱਥ ਆਈ ਤਾਂ ਉਹਨੇ ਗੁਰੂ ਘਰ ਦੇ ਦੋਖੀਆਂ ਦੇ ਆਖੇ ਲੱਗ ਕੇ ਤੇ ਸਾਜ਼ਿਸ਼ੀਆਂ ਦੇ ਜਾਲ ਵਿੱਚ ਫਸ ਕੇ ਗੁਰੂ ਹਰਗੋਬਿੰਦ ਸਾਹਿਬ ਨਾਲ ਵਿਗਾੜ ਲਈ। ਇਸ ਸਮੇਂ ਵਿੱਚ ਸਿੱਖ ਲੋਕ ਲਹਿਰ ਇਤਨੀ ਬਲਵਾਨ ਹੋ ਗਈ ਸੀ ਕਿ ਫੌਜ ਨਾਲ ਟੱਕਰ ਲੈਣ ਲਈ ਜਵਾਨਾਂ ਦੇ ਡੋਲੇ ਫਰਕਣ ਲੱਗ ਪਏ। ਗੁਰੂ ਹਰਗੋਬਿੰਦ ਸਾਹਿਬ ਨੇ ਸਰਕਾਰੀ ਫੌਜ ਨਾਲ 4 ਲੜਾਈਆਂ ਅੰਮ੍ਰਿਤਸਰ, ਸ਼੍ਰੀ ਹਰਗੋਬਿੰਦਪੁਰ, ਗੁਰੂਸਰ ਮਹਾਰਾਜ ਤੇ ਕਰਤਾਰਪੁਰ ਦੁਆਬਾ ਵਿੱਚ ਲੜੀਆਂ ਤੇ 4 ਵਿੱਚ ਹੀ ਲਾਹੌਰੀ ਫੌਜ ਤੇ ਦਿੱਲੀ ਤੋਂ ਉਚੇਚੀ ਭੇਜੀ ਫੌਜ ਨੂੰ ਹਾਰ ਦਿੱਤੀ। ਇਹਨਾਂ ਲੜਾਈਆਂ ਦਾ ਮੰਤਵ ਕੋਈ ਇਲਾਕਾ ਮੱਲਣਾ, ਰਾਜ ਕਾਇਮ ਕਰਨਾ ਜਾਂ ਧਨ ਦੀ ਪ੍ਰਾਪਤੀ ਨਹੀਂ ਸੀ, ਸਗੋਂ ਸਮੇਂ ਦੀ ਹੰਕਾਰੀ ਸਰਕਾਰ, ਮਾੜੇ ਹਾਕਮਾਂ ਤੇ ਲੋਕ ਲਾਭਾਂ ਦੇ ਵਿਰੋਧੀਆਂ ਨੂੰ ਖਤਮ ਕਰਨ ਤੇ ਸਿੱਖਿਆ ਦੇਣਾ ਸੀ। ਇਹਨਾਂ ਲੜਾਈਆਂ ਵਿੱਚ ਗੁਰੂ ਜੀ ਦੇ ਪੱਖੀ ਬਣ ਕੇ ਲੜਨ ਵਾਲੇ ਤੇ ਮੌਤ ਪ੍ਰਵਾਨ ਕਰਨ ਵਾਲੇ ਬਹੁਤ ਸਾਰੇ ਸ਼ਹੀਦ ਹਨ। ਗੁਰੂ ਸਾਹਿਬ ਦੀ ਫੌਜ ਦੇ ਕਿਤਨੇ ਜਵਾਨ ਇਹਨਾਂ ਲੜਾਈਆਂ ਵਿੱਚ ਸ਼ਹੀਦ ਹੋਏ, ਉਹਨਾਂ ਦੀ ਗਿਣਤੀ ਹੁਣ ਕਰਨੀ ਕਠਿਨ ਹੈ। ਇਤਿਹਾਸ ਉਹਨਾਂ ਸਾਰਿਆਂ ਦੇ ਨਾਵਾਂ ਨੂੰ ਵੀ ਆਪਣੇ ਲਿਖਤੀ ਪੰਨਿਆਂ ਵਿੱਚ ਥਾਂ ਨਹੀਂ ਦੇ ਸਕਿਆ, ਪਰ ਉਹਨਾਂ ਮਹਾਨ ਪਰਉਪਕਾਰੀ ਆਤਮਾਵਾਂ ਤੇ ਸ਼ਹੀਦ ਵਿਅਕਤੀਆਂ ਵਿੱਚੋਂ 2 ਕੁ ਦਰਜਨ ਸਿੱਖ ਫੌਜ ਦੇ ਜਰਨੈਲਾਂ ਤੇ ਉੱਘੀਆਂ ਸ਼ਖਸੀਅਤਾਂ ਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। ਇਸ ਲਈ ਸਿੱਖ ਸ਼ਹੀਦਾਂ ਦੀ ਲੜੀ ਤਿਆਰ ਕਰਦਿਆਂ ਉਹਨਾਂ ਪਹਿਲੇ ਸ਼ਹੀਦ ਯੋਧਿਆਂ ਦਾ ਵਰਣਨ ਨਾ ਕਰਨਾ ਉਹਨਾਂ ਨਾਲ ਬੇਇਨਸਾਫੀ ਹੋਵੇਗੀ। ਗੁਰੂ ਹਰਗੋਬਿੰਦ ਸਾਹਿਬ ਨਾਲ ਮਿਲ ਕੇ ਲੜਨ ਵਾਲੇ ਤੇ ਸ਼ਹੀਦੀ ਪਾਉਣ ਵਾਲੇ ਇਤਿਹਾਸ ਦੇ ਉਹ ਕੀਮਤੀ ਮੋਤੀ ਹਨ ਜਿਨ੍ਹਾਂ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਦਾ ਪਹਿਲਾ ਸ਼ਹੀਦ ਭਾਈ ਭਾਨਾ ਜੀ ਹਨ, ਜੋ ਗੁਰੂ ਸਾਹਿਬ ਦੀ ਕਾਇਮ ਕੀਤੀ ਸਿੱਖ ਫੌਜ ਦੇ ਪਹਿਲੇ ਸੈਨਾਪਤੀ ਸਨ। ਇਹ ਅੰਮ੍ਰਿਤਸਰ ਨੇੜੇ ਹੋਈ ਪਹਿਲੀ ਲੜਾਈ ਦੀ ਕਮਾਨ ਕਰਦਿਆਂ ਸ਼ਹੀਦ ਹੋਏ। ਇਸ ਸਮੇਂ ਦੂਜੇ ਸ਼ਹੀਦ ਭਾਈ ਸਿੰਘਾ ਜੀ, ਤੀਜੇ ਸ਼ਹੀਦ ਭਾਈ ਤੋਤਾ ਜੀ, ਚੌਥੇ ਭਾਈ ਤਲੋਕਾ ਜੀ, ਪੰਜਵੇਂ ਭਾਈ ਅਨੰਤਾ ਜੀ ਤੇ ਛੇਵੇਂ ਭਾਈ ਨਿਹਾਲਾ ਜੀ ਸਨ। ਇਹ ਸਾਰੇ ਹੀ ਪਹਿਲੀ ਲੜਾਈ ਦੇ ਸ਼ਹੀਦ ਹਨ। ਗੁਰੂ ਹਰਗੋਬਿੰਦ ਸਾਹਿਬ ਨੇ ਜਦ ਫੌਜ ਰੱਖਣ ਦਾ ਐਲਾਨ ਕੀਤਾ ਤਾਂ ਜਿਹੜੇ 500 ਜਵਾਨ ਪਹਿਲਾਂ ਆ ਕੇ ਹਾਜ਼ਰ ਹੋਏ ਉਹਨਾਂ ਨੂੰ 5 ਜਥਿਆਂ ਵਿੱਚ ਵੰਡ ਦਿੱਤਾ ਗਿਆ ਤੇ ਭਾਈ ਬਿਧੀ ਚੰਦ, ਭਾਈ ਪਿਰਾਗਾ, ਭਾਈ ਜੇਠਾ, ਭਾਈ ਪਿਆਰਾ ਤੇ ਭਾਈ ਲੰਗਾਹ ਵੱਖ-ਵੱਖ ਜਥਿਆਂ ਦੇ ਜਥੇਦਾਰ ਥਾਪੇ ਗਏ। ਗੁਰੂ ਸਾਹਿਬ ਦੇ 52 ਬਾਡੀਗਾਰਡ ਜਵਾਨਾਂ ਵਿੱਚੋਂ ਹੀ ਭਾਈ ਭਾਨਾ ਜੀ ਸਨ। ਇਹ ਬੜੇ ਸੁੰਦਰ ਸਰੀਰ ਤੇ ਡੀਲ ਡੋਲ ਵਾਲੇ ਜਵਾਨ ਸਨ। ਤਲਵਾਰ ਚਲਾਣ, ਗੱਤਕਾ ਖੇਡਣ, ਘੋੜਸਵਾਰੀ ਤੇ ਨਿਸ਼ਾਨੇਬਾਜ਼ੀ ਵਿੱਚ ਇਹਨਾਂ ਦਾ ਕੋਈ ਸੂਰਬੀਰ ਮੁਕਾਬਲਾ ਨਹੀਂ ਸੀ ਕਰ ਸਕਦਾ। ਜਦ ਵੀ ਗੁਰੂ ਜੀ ਸ਼ਾਮ ਨੂੰ ਅਖਾੜਾ ਲਵਾਉਂਦੇ ਤਾਂ ਇਹ ਉਸ ਵਿੱਚੋਂ ਪਹਿਲੇ ਨੰਬਰ ਤੇ ਰਹਿੰਦੇ। ਚੌੜੀ ਛਾਤੀ, ਭਰਵਾਂ ਚਿਹਰਾ, ਖੂਨ ਦੀ ਲਾਲੀ, ਮੋਟੀਆਂ-ਮੋਟੀਆਂ ਅੱਖਾਂ, ਖੁੱਲ੍ਹਾ ਚੌੜਾ ਮੱਥਾ ਤੇ ਨਾਮ ਬਾਣੀ ਦਾ ਚਿਹਰੇ ਤੇ ਪ੍ਰਭਾਵ ਸਭ ਉਹਨਾਂ ਦੀ ਮਹਾਨ ਸ਼ਖਸੀਅਤ ਨੂੰ ਚਮਕਾਉਂਦੇ ਸਨ। ਇੱਕ ਸਾਧਾਰਨ ਫੌਜੀ ਬਣ ਕੇ ਆਪ ਗੁਰੂ ਜੀ ਪਾਸ ਆਏ, ਪਰ ਥੋੜ੍ਹੇ ਚਿਰ ਵਿੱਚ ਹੀ ਆਪ ਨੂੰ ਸਾਰੀ ਫੌਜ ਦਾ ਸੈਨਾਪਤੀ ਨਿਯੁਕਤ ਕਰ ਦਿੱਤਾ ਗਿਆ। ਜਿੱਥੇ ਭਾਈ ਭਾਨਾ ਇੱਕ ਚੰਗੇ ਸੂਰਮੇ ਸਨ, ਉੱਥੇ ਜੰਗ ਦੀ ਵਿਉਂਤਬੰਦੀ ਤੇ ਲੜਾਈ ਦੀ ਤਕਨੀਕ ਦੇ ਵੀ ਮਾਹਰ ਸਨ। ਗੁਰੂ ਸਾਹਿਬ ਨਾਲ ਕਈ ਵਾਰ ਸ਼ਿਕਾਰ ਤੇ ਜਾਂਦਿਆਂ ਰਾਹ ਵਿੱਚ ਗੱਲਾਂ ਕਰਦਿਆਂ ਆਪ ਸਕੀਮਾਂ ਦੱਸਿਆ ਕਰਦੇ ਸਨ। ਇਸੇ ਯੋਗਤਾ ਕਾਰਨ ਦੂਜੇ ਫੌਜੀ ਮੁਖੀਆਂ ਨੇ ਆਪ ਨੂੰ ਆਗੂ ਮੰਨ ਲਿਆ। ਸ਼ਾਹਜਹਾਨ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਸਰਗਰਮੀਆਂ ਤੇ ਨਿਗਰਾਨੀ ਰੱਖਣ ਲਈ ਸਪੈਸ਼ਲ ਫੌਜ ਮੁਖਲਸ ਖਾਨ ਦੀ ਅਗਵਾਈ ਵਿੱਚ ਲਾਹੌਰ ਰੱਖੀ ਹੋਈ ਸੀ। ਉਹ ਹਰ ਸਮੇਂ ਗੁਰੂ ਸਾਹਿਬ ਨਾਲ ਟੱਕਰ ਲੈਣ ਲਈ ਮੌਕੇ ਦੀ ਭਾਲ ਵਿੱਚ ਸੀ ਤੇ ਇੱਧਰ ਸਿੱਖ ਫੌਜੀ ਵੀ ਸਰਕਾਰੀ ਤਨਖਾਹਖੋਰ ਫੌਜ ਨਾਲ 2 ਹੱਥ ਕਰਨ ਲਈ ਤਿਆਰੀਆਂ ਵਿੱਚ ਰੁੱਝੇ ਹੋਏ ਸਨ। 1628 ਈਸਵੀ ਨੂੰ ਇਹ ਮੌਕਾ ਮਿਲ ਗਿਆ ਜਦੋਂ ਗੁਰੂ ਜੀ ਅੰਮ੍ਰਿਤਸਰ ਤੋਂ ਬਾਹਰ ਸ਼ਿਕਾਰ ਕਰਨ ਲਈ ਗਏ ਤੇ ਉੱਧਰੋਂ ਮੁਖਲਸ ਖਾਨ ਵੀ ਸ਼ਿਕਾਰ ਖੇਡਦਾ ਹੋਇਆ ਆ ਗਿਆ। ਮੁਖਲਸ ਖਾਨ ਦਾ ਇੱਕ ਚਿੱਟਾ ਬਾਜ਼ ਉੱਡ ਗਿਆ ਜੋ ਗੁਰੂ ਸਾਹਿਬ ਦੇ ਸਾਥੀ ਸ਼ਿਕਾਰੀਆਂ ਨੇ ਜੰਗਲ ਵਿੱਚੋਂ ਕਾਬੂ ਕਰ ਲਿਆ। ਇਸ ਬਾਜ਼ ਨੂੰ ਮੁਖਲਸ ਖਾਨ ਦੇ ਮੀਰ ਸ਼ਿਕਾਰੀ ਨੇ ਬੜੀ ਹੈਂਕੜ ਤੇ ਸ਼ਾਹੀ ਗਰੂਰ ਨਾਲ ਮੰਗਿਆ, ਜੋ ਸਿੱਖਾਂ ਨੇ ਇਸ ਧਮਕੀ ਨਾਲ ਦੇਣ ਤੋਂ ਇਨਕਾਰ ਕਰ ਦਿੱਤਾ। ਮੁਖਲਸ ਖਾਨ ਅੱਗੇ ਹੀ ਬਹਾਨਾ ਚਾਹੁੰਦਾ ਸੀ, ਇਸ ਲਈ ਉਸਨੇ ਇਸ ਘਟਨਾ ਦੀ ਆੜ ਵਿੱਚ
ਅੰਮ੍ਰਿਤਸਰ 'ਤੇ ਚੜ੍ਹਾਈ ਕਰਨ ਦਾ ਹੁਕਮ ਦੇ ਦਿੱਤਾ। 7,000 ਕੇਂਦਰੀ ਸਰਕਾਰ ਦੀ ਫੌਜ, 10,000 ਲਾਹੌਰੀ ਤੇ ਹੋਰ ਵਜ਼ੀਰਾਂ ਨਵਾਬਾਂ ਦੀ ਫੌਜ ਲੈ ਕੇ ਚੱਲ ਪਿਆ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਫੌਜ ਦੇ ਸੈਨਾਪਤੀ ਭਾਈ ਭਾਨੇ ਨੂੰ ਹੁਕਮ ਦਿੱਤਾ ਕਿ ਉਹ ਦੁਸ਼ਮਣ ਨੂੰ ਅੱਗੋਂ ਜਾ ਕੇ ਰੋਕੇ। ਭਾਈ ਭਾਨਾ ਗੁਰੂ ਸਾਹਿਬ ਤੋਂ ਆਸ਼ੀਰਵਾਦ ਲੈ ਕੇ ਚੱਲ ਪਿਆ। ਉਹਦੀ ਮਦਦ ਲਈ ਸਹਾਇਕ ਸੈਨਾਪਤੀ ਭਾਈ ਬਿੰਦੀ ਚੰਦ ਨੂੰ ਬਣਾ ਕੇ ਭੇਜਿਆ ਗਿਆ। ਲੋਹਗੜ੍ਹ ਦੇ ਕਿਲੇ ਪਾਸ ਇੱਕ ਫੌਜੀ ਟਿਕਾਣਾ ਬਣਾ ਕੇ ਕੁਝ ਜਵਾਨਾਂ ਨਾਲ ਭਾਈ ਭਾਨੇ ਨੇ ਸ਼ਾਹੀ ਫੌਜਾਂ ਨੂੰ ਰੋਕ ਲਿਆ। ਪੰਜਾਬ ਵਿੱਚ ਮੁਗਲ ਹਕੂਮਤ ਵਿਰੁੱਧ ਪਹਿਲੀ ਵਾਰ ਕਿਸੇ ਨੇ ਤਲਵਾਰ ਚੁੱਕੀ ਸੀ। ਸਿੱਖ ਫੌਜ ਨੂੰ ਆਪਣੇ ਆਦਰਸ਼, ਆਪਣੇ ਗੁਰੂ ਦੀ ਮਿਹਰ ਤੇ ਕੁਰਬਾਨੀਆਂ ਦੇ ਚਾਅ ਦਾ ਸਦਕਾ ਹੌਸਲਾ ਸੀ। ਇਸ ਲਈ ਅੱਖ ਦੇ ਪਲਕਾਰੇ ਵਿੱਚ ਦੋਵੇਂ ਫੌਜਾਂ ਇੱਕ ਦੂਜੇ ਨਾਲ ਉਲਝ ਗਈਆਂ। ਗਾਨੇ ਹੱਥ ਬੰਨ੍ਹ ਆਏ ਸੂਰਬੀਰਾਂ ਨੇ ਦਿਲ ਖੋਲ੍ਹ ਕੇ ਤੇਗਾਂ ਵਾਹੀਆਂ। ਭਾਈ ਸੰਤੋਖ ਸਿੰਘ ਜੀ ਉਸ ਸਮੇਂ ਦਾ ਦ੍ਰਿਸ਼ ਬਿਆਨ ਕਰਦਿਆਂ ਲਿਖਦੇ ਹਨ: ਸਰੋਹੀ ਚੱਲੀ ਬਾਡਵਾਰੀ ਹਲਬੀ, ਖਿੱਚੇ ਮਿਆਨ ਤੇਗੇ ਫੌਲਾਦੀ ਜੁਲਬੀ, ਸੁਖੰਡੇ ਦੋ ਧਾਰੇ ਪੁਚੰਡੇ ਚਮਕੇ, ਕਿੱਲੀ ਸੈਫ ਸਾਫਨ ਕੱਟੇ ਦੀ ਦੱਸ ਕੇ, ਲੱਗੇ ਖੱਗ ਪੈ ਖੱਗ ਟੂਟੇ ਸ਼ਨੰਕੇ, ਘਰੇ ਮੇ ਸੰਜੋਏ ਇੱਕ ਤਾਂ ਸੋ ਝਨਕੇ, ਚਲੇ ਸੇਲ ਮੇਲੇ ਭਾਈ ਰੇਲ ਪੇਲੇ, ਮਨੋ ਰੰਗ ਲੈ ਲੈ ਮਿਲੇ ਫਾਕ ਖੋਲੇ। ਕੁਝ ਚਿਰ ਦੀ ਡਟਵੀਂ ਲੜਾਈ ਪਿੱਛੋਂ ਸ਼ਾਹੀ ਦਸਤਿਆਂ ਦੇ ਪੈਰ ਉਖੜਨ ਲੱਗੇ। ਮੁਖਲਸ ਖਾਨ ਆਪ ਅੱਗੇ ਆ ਗਿਆ ਤੇ ਸ਼ਮਸ ਖਾਨ ਤੇ ਅਨਵਰ ਖਾਨ ਜਰਨੈਲਾਂ ਨੂੰ ਲਲਕਾਰ ਕੇ ਫਿਰ ਫੌਜ ਨੂੰ ਖੜੇ ਕਰ ਲਿਆ। ਸਿੱਖ ਬੰਦੂਕਾਂ ਵਾਲਿਆਂ ਨੂੰ ਦਗਾੜੇ ਚਲਾਉਣ ਦੀ ਹਦਾਇਤ ਮਿਲਦਿਆਂ ਹੀ ਠਾ ਠਾ ਕਰਕੇ ਗੋਲੀਆਂ ਚੱਲਣ ਲੱਗ ਪਈਆਂ। ਇੱਕ ਗੋਲੀ ਸ਼ਮਸ ਖਾਨ ਦੇ ਘੋੜੇ ਨੂੰ ਵੱਜੀ ਤੇ ਉਹ ਡਿੱਗਣ ਹੀ ਲੱਗਾ ਸੀ ਕਿ ਸ਼ਮਸ ਖਾਨ ਉਤਰ ਗਿਆ। ਭਾਈ ਭਾਨੇ ਨੇ ਵੀ ਉਹਦੇ ਸਾਹਮਣੇ ਆ ਕੇ ਘੋੜੇ ਤੋਂ ਛਾਲ ਮਾਰ ਦਿੱਤੀ ਤੇ ਲਲਕਾਰ ਕੇ ਕਿਹਾ, ਹੁਣ ਤੈਨੂੰ ਭੱਜ ਕੇ ਨਹੀਂ ਜਾਣ ਦਿਆਂਗਾ। ਦੋਹਾਂ ਜਰਨੈਲਾਂ ਵਿਚਕਾਰ ਤਲਵਾਰ ਦੀ ਲੜਾਈ ਤੇਜ਼ ਹੋ ਗਈ। ਸ਼ਮਸ ਖਾਨ ਨੂੰ ਭਾਈ ਭਾਨੇ ਨੇ ਕਿਹਾ, ਪਹਿਲਾਂ ਵਾਰ ਕਰ ਲੈ, ਮਤੇ ਕੋਈ ਅਰਮਾਨ ਦਿਲ ਵਿੱਚ ਨਾ ਰਹਿ ਜਾਏ। ਸ਼ਮਸ ਖਾਨ ਨੇ ਵੀ ਘੱਟ ਨਾ ਕੀਤੀ ਤੇ ਝੱਟ ਵਾਰ ਕਰ ਦਿੱਤਾ। ਭਾਈ ਭਾਨੇ ਨੇ ਉਹਦਾ ਵਾਰ ਢਾਲ ਤੇ ਰੋਕ ਲਿਆ ਤੇ ਉਹਨੂੰ ਦੂਜਾ ਵਾਰ ਕਰਨ ਲਈ ਕਿਹਾ। ਉਹਦਾ ਦੂਜਾ ਵਾਰ ਰੋਕ ਕੇ ਭਾਈ ਭਾਨੇ ਨੇ ਅਜਿਹਾ ਜ਼ੋਰ ਦਾ ਜਵਾਬੀ ਵਾਰ ਕੀਤਾ ਕਿ ਸ਼ਮਸ ਖਾਨ ਦਾ ਸਿਰ ਧੜ ਨਾਲੋਂ ਇਸ ਤਰ੍ਹਾਂ ਵੱਖ ਹੋ ਕੇ ਡਿੱਗ ਪਿਆ ਜਿਵੇਂ ਵੇਲ ਨਾਲੋਂ ਕੱਦੂ ਟੁੱਟ ਜਾਂਦਾ ਹੈ। ਸ਼ਮਸ ਖਾਨ ਨਾਲ ਲੜਾਈ ਸਮੇਂ ਭਾਈ ਭਾਨੇ ਨੂੰ ਚਾਰੇ ਪਾਸਿਆਂ ਤੋਂ ਸਰਕਾਰੀ ਫੌਜਾਂ ਨੇ ਘੇਰ ਲਿਆ। ਉਹਨਾਂ ਦੀ ਮਦਦ ਲਈ ਬਿਧੀ ਚੰਦ ਆਪਣਾ ਜਥਾ ਲੈ ਕੇ ਅੱਗੇ ਵਧਿਆ, ਪਰ ਉਸ ਦੇ ਘੇਰਾ ਤੋੜ ਕੇ ਪਹੁੰਚਣ ਤੋਂ ਪਹਿਲਾਂ ਹੀ ਦੁਸ਼ਮਣ ਦੀਆਂ 2 ਗੋਲੀਆਂ ਭਾਈ ਭਾਨੇ ਦੇ ਸਰੀਰ ਵਿੱਚੋਂ ਲੰਘ ਗਈਆਂ। ਇੱਕਦਮ ਖੂਨ ਦੀਆਂ ਧਾਰੀਆਂ ਦੂਰ ਤੱਕ ਜਾ ਪਹੁੰਚੀਆਂ, ਪਰ ਆਪ ਦਰਦ ਦੀ ਪਰਵਾਹ ਕੀਤੇ ਬਿਨਾਂ ਤਲਵਾਰ ਚਲਾਉਂਦੇ ਰਹੇ। ਇਸ ਨਾਲ ਹੋਰ ਵਧੇਰੇ ਖੂਨ ਚੱਲ ਗਿਆ ਤੇ ਅਖੀਰ ਆਪ ਨਿਢਾਲ ਹੋ ਗਏ। ਆਪਣੀ ਤਲਵਾਰ ਸਾਥੀ ਨੂੰ ਫੜਾ ਦਿੱਤੀ ਤੇ ਆਪ ਸਤਨਾਮ ਕਹਿੰਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਦੇ ਪਹਿਲੇ ਸ਼ਹੀਦ ਭਾਈ ਭਾਨਾ ਜੀ ਹਨ। ਇਸ ਸਮੇਂ ਦੇ ਦੂਜੇ ਸ਼ਹੀਦ ਭਾਈ ਸਿੰਘਾ ਜੀ ਹਨ। ਇਹ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਪੁਰਾਣੇ ਸੇਵਕਾਂ ਤੇ ਸ਼ਰਧਾਵਾਨਾਂ ਵਿੱਚੋਂ ਇੱਕ ਸਨ। ਜਦ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ ਤਾਂ ਉਸ ਸਮੇਂ ਮਸਿੰਦਾ ਨੇ ਜਾ ਕੇ ਮਾਤਾ ਗੰਗਾ ਜੀ ਪਾਸ ਬੇਨਤੀ ਕੀਤੀ ਕਿ ਗੁਰੂ ਸਾਹਿਬ ਤਾਂ ਪੁਰਾਣੀ ਰੀਤੀ ਨੂੰ ਬਦਲਣ ਲੱਗੇ ਹਨ। ਉਸ ਸਮੇਂ ਭਾਈ ਸਿੰਘਾ ਜੀ ਵੀ ਉੱਥੇ ਹੀ ਸਨ। ਉਹਨਾਂ ਕਿਹਾ, ਸਾਨੂੰ ਇਸ ਬਾਰੇ ਕੋਈ ਸ਼ੌਕ ਤੇ ਚਿੰਤਾ ਨਹੀਂ ਕਰਨੀ ਚਾਹੀਦੀ। ਮਹਾਰਾਜ ਜੋ ਕਰਦੇ ਹਨ ਉਹ ਪ੍ਰਭੂ ਦਾ ਹੁਕਮ ਹੈ। ਜਦ ਮਹਾਰਾਜ ਨੇ ਵੀਰ ਰਸੀ ਦੀਵਾਨ ਲਾਣੇ ਸ਼ੁਰੂ ਕੀਤੇ ਤਾਂ ਭਾਈ ਸਿੰਘਾ ਜੀ ਉਹਨਾਂ ਵਿੱਚ ਨਿਤ ਸ਼ਾਮਲ ਹੋਇਆ ਕਰਦੇ ਸਨ। ਆਪ ਉਹਨਾਂ ਜਵਾਨਾਂ ਵਿੱਚੋਂ ਸਨ ਜਿਨ੍ਹਾਂ ਨੇ ਬਿਨਾਂ ਤਨਖਾਹ ਦੇ ਤਲਵਾਰ ਚੁੱਕਣ ਤੇ ਜੰਗਾਂ ਵਿੱਚ ਲੜਨ ਲਈ ਆਪਣਾ ਜੀਵਨ ਅਰਪਣ ਕੀਤਾ ਹੋਇਆ ਸੀ। ਆਪ ਇੱਕ ਦਸਤੇ ਦੇ ਮੁਖੀ ਸਨ। ਅੰਮ੍ਰਿਤਸਰ ਨੇੜੇ ਮੁਖਲਸ ਖਾਨ ਤੇ ਲਾਹੌਰੀ ਫੌਜ ਨਾਲ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਦੀ ਪਹਿਲੀ ਲੜਾਈ ਵਿੱਚ ਭਾਈ ਭਾਨਾ ਜੀ ਸੈਨਾਪਤੀ ਸਨ। ਜਦ ਉਹ ਸ਼ਹੀਦ ਹੋ ਗਏ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਸਿੰਘਾ ਜੀ ਨੂੰ ਬੁਲਾ ਕੇ ਕਿਹਾ, ਤੁਸੀਂ ਹੁਣ ਫੌਜ ਦੇ ਸੈਨਾਪਤੀ ਥਾਪੇ ਜਾਂਦੇ ਹੋ, ਤੁਰਤ ਜਾ ਕੇ ਕੰਮ ਸੰਭਾਲੋ।
ਸਤ ਬਚਨ ਭਾਈ ਸਿੰਘਾ ਜੀ ਨੇ ਸਿਰ ਝੁਕਾ ਕੇ ਨਮਸਕਾਰ ਕੀਤੀ ਤੇ ਇੱਕ ਥਾਪੜੇ ਦੀ ਇੱਛਾ ਪ੍ਰਗਟ ਕੀਤੀ। ਗੁਰੂ ਸਾਹਿਬ ਨੇ ਕੰਧ ਤੇ ਥਾਪੜਾ ਦਿੱਤਾ ਤੇ ਸਾਰੀ ਗੱਲ ਸਮਝਾ ਦਿੱਤੀ। ਇਹ ਨਵੀਂ ਨਿਯੁਕਤੀ ਐਨ ਭਖ ਦੀ ਲੜਾਈ ਦੇ ਸਮੇਂ ਜੰਗ ਦੇ ਮੈਦਾਨ ਵਿੱਚ ਹੀ ਹੋਈ। ਭਾਈ ਸਿੰਘਾ ਨੇ ਤੁਰਤ ਅੱਗੇ ਵੱਧ ਕੇ ਜਵਾਨਾਂ ਨੂੰ ਲਲਕਾਰਿਆ। ਇੱਕ ਪਾਸੇ ਸਰਕਾਰੀ ਫੌਜ ਦਾ ਜ਼ੋਰ ਵੱਧਦਾ ਜਾਂਦਾ ਸੀ, ਉੱਧਰ ਆਪ ਪਹੁੰਚ ਕੇ ਭਾਈ ਸਿੰਘਾ ਜੀ ਨੇ ਅੱਗੇ ਵੱਧ ਕੇ ਲੜਨਾ ਸ਼ੁਰੂ ਕੀਤਾ। ਆਪ ਦੇ ਨਾਲ ਹੀ ਭਾਈ ਤੋਤਾ, ਭਾਈ ਨਿਹਾਲੂ, ਭਾਈ ਤਿਲੋਕਾ ਤੇ ਭਾਈ ਅਨੰਤਾ ਦੇ ਸਾਥੀ ਵੀ ਪੂਰੇ ਜੋਸ਼ ਨਾਲ ਸਰਕਾਰੀ ਫੌਜ ਨੂੰ ਠੱਲ ਪਾਉਣ ਲਈ ਅੱਗੇ ਹੋ ਗਏ। ਸੂਰਿਆਂ ਨੇ ਦੁਸ਼ਮਣਾਂ ਦੇ ਆਹੂ ਲਾਹ ਸੁੱਟੇ। ਸਰਕਾਰੀ ਫੌਜ ਦੇ ਕੁਝ ਦਸਤੇ ਮੁਹੰਮਦ ਅਲੀ ਦੀ ਅਗਵਾਈ ਵਿੱਚ ਲੜਦੇ ਲੜਦੇ ਇੱਕ ਦੂਜੇ ਦੇ ਸਾਹਮਣੇ ਆ ਗਏ। ਮੁਹੰਮਦ ਅਲੀ ਨੇ ਦੁਗਾੜਾ ਚਲਾਇਆ, ਜਿਸ ਦੀ ਇੱਕ ਗੋਲੀ ਭਾਈ ਸਿੰਘਾ ਦੇ ਘੋੜੇ ਨੂੰ ਲੱਗੀ ਤੇ ਉਹ ਥਾਂ ਤੇ ਹੀ ਵੱਟ ਖਾਂਦਾ ਹੋਇਆ ਡਿੱਗ ਪਿਆ। ਭਾਈ ਸਿੰਘਾ ਨੇ ਘੋੜੇ ਤੋਂ ਛਾਲ ਮਾਰ ਦਿੱਤੀ, ਪਰ ਇੱਕ ਗੋਲੀ ਉਹਨਾਂ ਨੂੰ ਵੀ ਲੱਗੀ ਜੋ ਸਖਤ ਘਾਇਲ ਕਰ ਗਈ। ਭਾਈ ਸਿੰਘਾ ਡਿੱਗ ਪਏ। ਉਹਨਾਂ ਨੂੰ ਇੱਕ ਹੋਰ ਗੋਲੀ ਮਾਰੀ ਗਈ, ਪਰ ਉਹ ਨਾ ਲੱਗੀ। ਭਾਈ ਸਿੰਘਾ ਜੀ ਨੇ ਲੇਟੇ ਹੋਏ ਹੀ ਇੱਕ ਤੀਰ ਕਮਾਨ ਤੇ ਰੱਖ ਕੇ ਚਿੱਲੇ ਚਾੜ ਕੇ ਇਤਨੇ ਨਿਸ਼ਾਨੇ ਨਾਲ ਤੇ ਫੁਰਤੀ ਵਿੱਚ ਚਲਾਇਆ ਕਿ ਮੁਹੰਮਦ ਅਲੀ ਦੀ ਛਾਤੀ ਵਿੱਚੋਂ ਲੰਘ ਗਿਆ। ਮੁਹੰਮਦ ਅਲੀ ਦੀ ਹੋਸ਼ ਭੁੱਲ ਗਈ ਤੇ ਉਹ ਧਰਤੀ ਤੇ ਡਿੱਗ ਪਿਆ। ਡਿੱਗਦੇ ਸਾਰੇ ਉਸ ਦੀ ਜਾਨ ਨਿਕਲ ਗਈ। ਫੌਜਾਂ ਦੋਵੇਂ ਪਾਸਿਆਂ ਦੇ ਮੁਖੀਆਂ ਨੂੰ ਡਿੱਗਿਆ ਦੇਖ ਕੇ ਗੁੱਸੇ ਨਾਲ ਹੱਥੋਂ ਪਾਈ ਤੇ ਉਤਰ ਆਈਆਂ। ਗੁੱਥਮ ਗੁੱਥਾ ਲੜਾਈ ਵਿੱਚ ਜਵਾਨ ਇੱਕ ਦੂਜੇ ਨੂੰ ਇਉਂ ਭੜਕਾ ਕੇ ਮਾਰਨ ਲੱਗ ਪਏ ਜਿਵੇਂ ਧੋਬੀ ਚੁੱਕ ਕੇ ਕੱਪੜੇ ਸੁੱਟਦਾ ਹੈ। ਇਸ ਸਮੇਂ ਹੀ ਭਾਈ ਸਿੰਘਾ ਜੀ ਸ਼ਹੀਦ ਹੋ ਗਏ। ਗੁਰੂ ਹਰਗੋਬਿੰਦ ਸਾਹਿਬ ਨੂੰ ਜਦ ਸੂਚਨਾ ਮਿਲੀ ਤਾਂ ਉਸ ਵੇਲੇ ਪੈਂਦੇ ਖਾਂ ਨੂੰ ਸਿੱਖ ਫੌਜ ਦਾ ਸੈਨਾਪਤੀ ਨਿਯਤ ਕਰ ਦਿੱਤਾ। ਇਉਂ ਭਾਈ ਭਾਨਾ ਤੋਂ ਪਿੱਛੋਂ ਸ਼ਹੀਦੀ ਪ੍ਰਾਪਤ ਕਰਨ ਵਾਲੀ ਦੂਜੀ ਮਹਾਨ ਹਸਤੀ ਭਾਈ ਸਿੰਘਾ ਜੀ ਸਨ। ਲੜਾਈ ਦਾ ਰੁੱਖ ਅਜੇ ਤੱਕ ਬਰਾਬਰ ਜਾ ਰਿਹਾ ਸੀ। ਇੱਧਰੋਂ ਭਾਈ ਭਾਨਾ ਜੀ ਵਰਗੇ ਮਹਾਨ ਸੂਰਬੀਰ ਸ਼ਹੀਦ ਹੋ ਚੁੱਕੇ ਸਨ ਤੇ ਉੱਧਰੋਂ ਸਰਕਾਰੀ ਫੌਜ ਦੇ ਸਿਰ ਕੱਢ ਸੈਨਾਪਤੀ ਸ਼ਮਸ ਖਾਨ ਤੇ ਮੁਹੰਮਦ ਅਲੀ ਵੀ ਜਾਨ ਗਵਾ ਚੁੱਕੇ ਸਨ। ਪੈਂਦੇ ਖਾਨ ਗੁਰੂ ਸਾਹਿਬ ਵੱਲੋਂ ਹੁਕਮ ਮਿਲਦਿਆਂ ਹੀ ਦੁਸ਼ਮਣ ਤੇ ਇਉਂ ਝਪਟਿਆ ਜਿਵੇਂ ਬਾਜ ਸ਼ਿਕਾਰ ਨੂੰ ਜਾ ਪੈਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਆਪ ਵੀ ਜੰਗ ਦੇ ਮੈਦਾਨ ਵਿੱਚ ਪਹੁੰਚ ਗਏ ਤੇ ਆਪਣੇ ਬਾਣਾਂ ਨਾਲ ਸਰਕਾਰੀ ਫੌਜ ਵਿੱਚ ਤਸੱਲੀ ਪਾ ਦਿੱਤੀ। ਮੁਖਲਸ ਖਾਨ ਨੇ ਵੀ ਆਪਣੀ ਸਾਰੀ ਫੌਜ ਨੂੰ ਪੂਰੀ ਤਾਕਤ ਨਾਲ ਅੱਗੇ ਸੁੱਟ ਦਿੱਤਾ। ਤਲਵਾਰਾਂ ਨਾਲ ਤਲਵਾਰਾਂ ਖੜਕ ਕੇ ਬਿਜਲੀ ਵਾਂਗ ਚਮਕੀਆਂ, ਖੂਨ ਦੇ ਫੁਹਾਰੇ ਛੁੱਟ ਪਏ। ਤੀਰਾਂ ਤੇ ਗੋਲੀਆਂ ਦੀ ਵਰਖਾ ਸਾਵਣ ਭਾਦੋਂ ਦੀ ਝੜੀ ਵਾਂਗ ਹੋਣ ਲੱਗ ਪਈ। ਸਿੱਖ ਸੂਰਬੀਰਾਂ ਦੇ ਤੀਰ ਨਾਗਾ ਵਾਂਗ ਫੁੰਕਾਰੇ ਮਾਰਦੇ ਦੁਸ਼ਮਣ ਦੇ 6-6 ਫੁੱਟੇ ਜਵਾਨਾਂ ਨੂੰ ਧਰਤੀ ਤੇ ਲੇਟਾ ਰਹੇ ਸਨ। ਇੱਕ ਪਾਸੇ ਫੌਜ ਦੇ ਦਸਤੇ ਅਲੀ ਬੇਗ, ਬਹਾਦਰ ਖਾਨ, ਦੀਦਾਰ ਅਲੀ, ਇਸਮਾਇਲ ਖਾਨ ਤੇ ਮਿਹਰ ਅਲੀ ਦੀ ਅਗਵਾਈ ਵਿੱਚ ਅੱਜ ਦੋ ਟੁਕ ਫੈਸਲਾ ਕਰਨ ਤੇ ਤੁਲੇ ਹੋਏ ਸਨ ਤੇ ਦੂਜੇ ਪਾਸੇ ਗੁਰੂ ਸਾਹਿਬ ਦੇ ਸਿੱਖ ਵੀ ਅੱਜ ਸ਼ਹੀਦੀਆਂ ਪਾਉਣ ਦੇ ਚਾਅ ਨਾਲ ਆਪਣੀ ਪੂਰੀ ਤਾਕਤ ਨਾਲ ਦੁਸ਼ਮਣ ਦੇ ਹਮਲੇ ਰੋਕ ਕੇ ਆਪਣੇ ਵਾਰ ਕਰ ਰਹੇ ਸਨ। ਸ਼ਹੀਦ ਭਾਈ ਸਿੰਘਾ ਦੇ ਜਵਾਨ ਪੁੱਤਰ ਨੇ ਪਿਤਾ ਦੀ ਸ਼ਹੀਦੀ ਪਿੱਛੋਂ ਆਪਣੇ ਦਸਤੇ ਨੂੰ ਇਤਨਾ ਤੇਜ਼ ਕੀਤਾ ਕਿ ਉਹ ਸਾਰੇ ਬਿਲਕੁਲ ਹੀ ਦੁਸ਼ਮਣ ਦੀ ਫੌਜ ਵਿੱਚ ਵੜ ਗਏ। ਅਜਿਹਾ ਘਮਸਾਨ ਪਿਆ ਕਿ ਆਪਣਾ ਪਰਾਇਆ ਪਛਾਣਨਾ ਔਖਾ ਹੋ ਗਿਆ। ਸਰਕਾਰੀ ਫੌਜ ਦਾ ਨੁਕਸਾਨ ਤਾਂ ਬੜਾ ਹੋਇਆ, ਪਰ ਉਹ ਪਿੱਛੇ ਕਿਸ ਤਰ੍ਹਾਂ ਹਟ ਸਕਦੇ ਸਨ। ਉੱਤਰੀ ਹਿੰਦੁਸਤਾਨ ਵਿੱਚ ਮੁਗਲ ਰਾਜ ਸਮੇਂ ਦੀ ਇਸ ਪਹਿਲੀ ਤੇ ਇਤਿਹਾਸਕ ਲੜਾਈ ਵਿੱਚ ਹਾਰ ਕੇ ਮੁਖਲਸ ਖਾਨ ਵੀ ਸ਼ਾਹਜਹਾਨ ਬਾਦਸ਼ਾਹ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਸੀ ਰਹਿ ਸਕਦਾ। ਇਸ ਲਈ ਉਹ ਜ਼ਿੰਦਗੀ ਮੌਤ ਦੀ ਲੜਾਈ ਬਣਾ ਕੇ ਲੜ ਰਿਹਾ ਸੀ। ਦੂਜੇ ਪਾਸੇ ਸ਼ਹੀਦੀਆਂ ਪਾ ਕੇ ਆਪਣੇ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਅਰਜਨ ਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਚਾਹਵਾਨ ਸਿੱਦਕੀ ਸਿੱਖ ਜੋ ਆਪਣਾ ਜੀਵਨ ਪਹਿਲਾਂ ਹੀ ਇਸ ਲੇਖੇ ਲਾ ਚੁੱਕੇ ਸਨ। ਬਹਾਦਰ ਖਾਨ ਤੇ ਉਸ ਦਾ ਸਾਰਾ ਦਸਤਾ ਮਾਰਿਆ ਗਿਆ, ਪਰ ਉਹਨਾਂ ਪੈਰ ਪਿੱਛੇ ਨਾ ਹਟਾਇਆ। ਇੱਧਰੋਂ ਵੀ ਬਹੁਤ ਸਾਰੇ ਪਤਵੰਤੇ ਸਰਦਾਰ ਭਾਈ ਤੋਤਾ, ਭਾਈ ਤਿਲੋਕਾ, ਭਾਈ ਅਨੰਤਾ ਤੇ ਭਾਈ ਨਿਹਾਲਾ ਸ਼ਹੀਦ ਹੋ ਗਏ। ਇਹ ਸਾਰੇ ਹੀ ਆਪਣੀ ਥਾਂ ਖਾਸ ਮੁਖੀ ਤੇ ਪ੍ਰਸਿੱਧ ਹਸਤੀਆਂ ਸਨ। ਇੱਕ ਦਿਨ ਲੜਾਈ ਮਗਰੋਂ ਰਾਤ ਨੂੰ ਮੁਖਲਸ ਖਾਨ ਨੇ ਸੁਲ੍ਹਾ ਕਰਨ ਦਾ ਯਤਨ ਕੀਤਾ,
ਪਰ ਗੁਰੂ ਸਾਹਿਬ ਨੇ ਉਹਦੀਆਂ ਸ਼ਰਤਾਂ ਮੰਨਣ ਤੋਂ ਇਨਕਾਰ ਕਰ ਦਿੱਤਾ। ਦੂਜੇ ਦਿਨ ਦੀ ਲੜਾਈ ਵਿੱਚ ਮੁਖਲਸ ਖਾਨ ਆਪ ਅੱਗੇ ਆ ਗਿਆ ਤਾਂ ਕਿ ਫੌਜ ਦੇ ਹੌਸਲੇ ਡਿੱਗਣ ਤੋਂ ਬਚਾਏ ਜਾਣ। ਜਦ ਫਿਰ ਵੀ ਫੌਜ ਦੇ ਪੈਰ ਉਖੜਦੇ ਦੇਖੇ ਤਾਂ ਉਹਨੂੰ ਇੱਕ ਸਕੀਮ ਸੁੱਝ ਪਈ। ਉਹਨੇ ਗੁਰੂ ਸਾਹਿਬ ਨੂੰ ਵੰਗਾਰਿਆ ਕਿ ਆਪ ਆ ਕੇ ਮੇਰੇ ਨਾਲ ਲੜ ਲਓ, ਫੌਜ ਨੂੰ ਕਿਉਂ ਮਰਵਾਇਆ ਜਾ ਰਿਹਾ ਹੈ। ਗੁਰੂ ਸਾਹਿਬ ਨੇ ਉਹਦੀ ਤਜਵੀਜ਼ ਪ੍ਰਵਾਨ ਕਰ ਲਈ। ਉਸਨੇ ਕਿਹਾ ਕਿ ਤੀਰ ਕਮਾਨ ਨਾਲ ਨਹੀਂ ਲੜਨਾ, ਤਲਵਾਰ ਨਾਲ ਲੜਾਂਗਾ। ਗੁਰੂ ਸਾਹਿਬ ਨੇ ਤੀਰ ਕਮਾਨ ਰੱਖ ਦਿੱਤਾ ਤੇ ਖੰਡਾ ਫੜ ਲਿਆ। ਮੁਖਲਸ ਖਾਨ ਨੂੰ ਪਹਿਲਾ ਵਾਰ ਕਰਨ ਲਈ ਲਲਕਾਰਿਆ। ਉਹਨੇ ਵਾਰ ਕੀਤੇ ਜੋ ਗੁਰੂ ਸਾਹਿਬ ਨੇ ਰੋਕ ਲਏ, ਪਰ ਜਦੋਂ ਇਹਨਾਂ ਆਪਣਾ ਭਾਰਾ ਖੰਡਾ ਪਹਿਲੀ ਵਾਰ ਹੀ ਚੁੱਕਿਆ ਤਾਂ ਉਹ ਮੁਖਲਸ ਖਾਨ ਦੀ ਢਾਲ ਨੂੰ ਚੀਰ ਕੇ ਸਰੀਰ ਨੂੰ ਦੋ ਫਾੜ ਕਰ ਗਿਆ। ਗੁਰੂ ਹਰਗੋਬਿੰਦ ਸਾਹਿਬ ਦਾ ਇਤਿਹਾਸਕ ਭਾਰਾ ਖੰਡਾ ਅਜੇ ਤੱਕ ਕਰਤਾਰਪੁਰ ਜਲੰਧਰ ਪਿਆ ਹੈ, ਜਿਸ ਨੂੰ ਇੱਕ ਹੱਥ ਨਾਲ ਚੁੱਕਣਾ ਅੱਜ ਕੱਲ੍ਹ ਦੇ ਜਵਾਨਾਂ ਦੇ ਵੱਸ ਦੀ ਗੱਲ ਨਹੀਂ। ਮੁਖਲਸ ਖਾਨ ਦੀ ਮੌਤ ਨੇ ਸਰਕਾਰੀ ਫੌਜ ਦੀ ਰਹਿੰਦੀ ਆਸ 'ਤੇ ਵੀ ਪਾਣੀ ਫੇਰ ਦਿੱਤਾ ਅਤੇ ਉਹ ਨੱਸ ਗਈ। ਉਹ ਸਿੱਖਾਂ ਦੀ ਪਹਿਲੀ ਲੜਾਈ ਵਿੱਚ ਸ਼ਾਨਦਾਰ ਜਿੱਤ ਹੋਈ। ਜਦ ਲੜਾਈ ਪਿੱਛੋਂ ਗੁਰੂ ਸਾਹਿਬ ਲੋਹਗੜ੍ਹ ਵੱਲ ਆਏ ਤਾਂ ਪਤਾ ਲੱਗਾ ਕਿ ਇੱਥੇ 25 ਸਿੱਖਾਂ ਨੇ ਬੈਠ ਕੇ ਸਰਕਾਰੀ ਲਸ਼ਕਰ ਨੂੰ ਠੱਲ ਪਾਈ ਰੱਖੀ ਹੈ ਤੇ ਉਹ ਸਾਰੇ ਵਾਰੋ ਵਾਰੀ ਸ਼ਹੀਦ ਹੋ ਗਏ ਹਨ। ਉਹਨਾਂ ਦੇ ਸ਼ਹੀਦ ਸਰੀਰ ਸੰਭਾਲਣ ਲਈ ਜਦ ਗੁਰਦੇਵ ਆਪ ਆਏ ਤਾਂ ਭਾਈ ਮੋਹਨ ਅਤੇ ਭਾਈ ਗੋਪਾਲਾ ਸਖਤ ਜ਼ਖਮੀ ਪਏ, ਜੀਵਨ ਦੀ ਅੰਤਮ ਘੜੀ ਦੀ ਉਡੀਕ ਕਰ ਰਹੇ ਸਨ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਉਹਨਾਂ ਦੇ ਕਮਲਾਏ ਤੇ ਪੀਲੇ ਪਏ ਚਿਹਰੇ ਇੱਕ ਵਾਰ ਫਿਰ ਖਿੜ ਪਏ। ਉਹਨਾਂ ਦੀ ਤੇਜ਼ੀ ਨਾਲ ਰੰਗਤ ਬਦਲੀ ਤੇ ਉਹਨਾਂ ਮੁਸਕਰਾਉਂਦਿਆਂ ਹੋਇਆਂ ਗੁਰੂ ਸਾਹਿਬ ਵੱਲ ਵੇਖ ਕੇ ਕਿਹਾ, ਬੜੀ ਕਿਰਪਾ ਕੀਤੀ ਜੇ, ਅਸੀਂ ਪਏ ਉਡੀਕਦੇ ਸਾਂ। ਸਾਡੀ ਆਖਰੀ ਇੱਛਾ ਵੀ ਪੂਰੀ ਹੋ ਗਈ ਹੈ। ਅਸੀਂ ਤੁਹਾਡੀ ਗੋਦੀ ਵਿੱਚ ਹੀ ਜੀਵਨ ਦਾ ਅੰਤਿਮ ਸਵਾਸ ਲੈਣਾ ਚਾਹੁੰਦੇ ਹਾਂ। ਗੁਰੂ ਸਾਹਿਬ ਨੇ ਪਿਆਰ ਦਿੱਤਾ ਤੇ ਉਹਨਾਂ ਦੇ ਸਿਰ ਲਾੜ ਨਾਲ ਆਪਣੀ ਝੋਲੀ ਵਿੱਚ ਰੱਖ ਲਏ। ਉਹਨਾਂ ਨੇ ਅੰਤਿਮ ਸਾਹ ਲਏ ਤੇ ਸ਼ਹੀਦੀ ਜਾਮ ਪੀ ਗਏ। ਇਸ ਲੜਾਈ ਦੇ ਸ਼ਹੀਦਾਂ ਦੇ ਸਰੀਰ ਆਸ-ਪਾਸ ਦੂਰ-ਦੂਰ ਤੱਕ ਫਿਰ ਕੇ ਇਕੱਠੇ ਕੀਤੇ ਤੇ ਅੰਗੀਠਾ ਤਿਆਰ ਕਰਵਾ ਕੇ ਸੰਸਕਾਰ ਕਰ ਦਿੱਤਾ। ਗੁਰਦੁਆਰਾ ਸੰਘਰਾਣਾ ਸਾਹਿਬ ਇਸੇ ਮਹਾਨ ਇਤਿਹਾਸਕ ਯੁੱਧ ਵਿੱਚ ਸ਼ਹੀਦ ਹੋਏ ਸਿੱਖਾਂ ਦੀ ਅੰਤਿਮ ਯਾਦਗਾਰ ਹੈ। ਜਦ ਸਰੀਰ ਅਗਨੀ ਭੇਟ ਕਰ ਦਿੱਤੇ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਇਹ ਸ਼ਹੀਦ ਪੂਰਨ ਪਦਵੀ ਨੂੰ ਪ੍ਰਾਪਤ ਹੋਏ ਹਨ।